महला पंजवा। कवनो जानै प्रभु तुमरी सेवा, प्रभ अबनासी अलख अपेवा। कवनो जानै प्रभ तुमरी सेवा, प्रभ अबनासी अलख अपेवा। गुण बेअंत प्रभ गहर गंभीरे, ऊच महल स्वामी प्रभ मेरे। तू अपरंपर ठाकुर मेरे रहाओ, एकस बिन नाही को दूजा। तुम ही जानो अपनी पूजा, आपो कछु न होवत पाई। जिस प्रभ देवै सो नाम पाई। कहो नानक जो जन प्रभ पाया, गुण निधान प्रभ तिन ही पाया। कहो नानक जो जन प्रभ पाया, गुण निधान प्रभ तिन ही पाया। शब्द गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ ਸਤਸੰਗੀ ਜਨੋ, ਆਪ ਸਾਰੇ ਹੀ ਅਤੀ ਸਤਿਕਾਰਯੋਗ ਵਡਭਾਗੇ ਹੋ। ਆਓ ਗੁਰੂ ਕੀ ਪਾਵਨ ਬਾਣੀ ਸ਼ਬਦ ਵਿਚਾਰ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਿਰਪਾ ਸਦਕਾ ਸੁਣਨ ਸਮਝਣ ਅਤੇ ਜੀਵਨ 'ਚ ਕਮਾਉਣ ਦਾ ਯਤਨ ਕਰੀਏ। ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਬਲਾਵਲ ਰਾਗ ਦੇ ਵਿੱਚੋਂ ਆਪਾਂ ਇੱਕ ਸ਼ਬਦ ਚੱਲ ਰਹੀ ਲੜੀ ਦੇ ਤਹਿਤ ਸਰਵਣ ਕੀਤਾ ਹੈ। ਪਾਵਨ ਸ਼ਬਦ ਦੇ ਬੋਲ ਨੇ ਜੋ ਰਹਾਉ ਦਾ ਬੰਦ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਵਿੱਚ ਗਹਿਰ ਗੰਭੀਰਾ, ਜਿਹੜਾ ਕਿ ਮਾਲਕ ਪਰਮੇਸ਼ਰ ਪਰਮਾਤਮਾ ਬਹੁਤ ਹੀ ਡੂੰਘੇ ਜਿਗਰੇ ਵਾਲਾ ਤੇ ਵੱਡੇ ਜਿਗਰੇ ਵਾਲਾ ਹੈ। ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ 'ਚ ਇੰਨੇ ਕੁ ਗੁਣ ਨੇ, ਗੁਣਾਂ ਦੀ ਕੋਈ ਵੀ ਗਿਣਤੀ ਨਹੀਂ ਤੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤਾਈਓ ਇਸੇ ਕਰਕੇ ਉਸ ਪਰਮਾਤਮਾ ਨੂੰ ਬੇਅੰਤ ਕਿਹਾ ਜਾਂਦਾ ਹੈ। ਬੇਅੰਤ ਤੋਂ ਭਾਵ ਜਿਹਦਾ ਅੰਤ ਨਾ ਪਾਇਆ ਜਾ ਸਕੇ। ਫਿਰ ਪਾਤਸ਼ਾਹ ਜ਼ਿਕਰ ਕੀ ਕਰਦੇ ਨੇ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ। ਡੂੰਘੇ ਜਿਗਰੇ ਵਾਲਾ ਤੇ ਵੱਡੇ ਜਿਗਰੇ ਵਾਲਾ। ਉਹਦਾ ਦਿਲ ਬਹੁਤ ਵੱਡਾ, ਉਹਦਾ ਜਿਗਰਾ, ਉਹਦਾ ਦਿਲ ਬਹੁਤ ਹੀ ਡੂੰਘਾ ਹੈ। ਡੂੰਘੇ ਤੋਂ ਭਾਵ ਉੱਚੀ ਸੁੱਚੀ ਸੋਚ ਦਾ ਮਾਲਕ,
ਚੜ੍ਹਦੀ ਕਲਾ ਦੇ ਵਿੱਚ ਹਰ ਵਕਤ ਜ਼ਿੰਦਗੀ ਜਿਉਣ ਵਾਲਾ। ਫਿਰ ਪਾਤਸ਼ਾਹ ਜੀ ਕਹਿੰਦੇ ਊਚ ਮਹਿਲ ਸੁਆਮੀ ਪ੍ਰਭ ਮੇਰੇ। ਊਚ ਮਹਿਲ, ਮਹਿਲ ਮੀਨਜ਼ ਘਰ ਮਕਾਨ, ਉਹ ਪਰਮਾਤਮਾ ਦੇ ਮਹਿਲ ਬੜੇ ਵੱਡੇ ਨੇ, ਉੱਚੇ ਨੇ, ਬਹੁਤ ਵੱਡੇ ਨੇਗੇ। ਹੁਣ ਜਦੋਂ ਜ਼ਿਕਰ ਆਇਆ ਨਾ ਵੀ ਪਰਮਾਤਮਾ ਦੇ ਮਹਿਲ ਬਹੁਤ ਵੱਡੇ ਨੇ, ਉੱਚੇ ਨੇ, ਤਾਂ ਅਸੀਂ ਸੋਚਾਂਗੇ ਪਰਮਾਤਮਾ ਦਾ ਸਪੈਸ਼ਲ ਮਹਿਲ ਕਿੱਥੇ ਹੋਵੇਗਾ। ਸਾਡੇ ਸਾਰਿਆਂ ਦੇ ਦਿਮਾਗ ਵਿੱਚ ਇੱਕ ਵਾਰੀ ਇਹ ਖਿਆਲ ਜ਼ਰੂਰ ਜਾਵੇਗਾ ਵੀ ਉਹ ਪਰਮਾਤਮਾ ਪਰਮੇਸ਼ਰ ਦਾ ਮਹਿਲ ਕਿੱਥੇ ਹੋਵੇਗਾ, ਉਹ ਪਰਮਾਤਮਾ ਕਿਸ ਮਕਾਨ ਦੇ ਵਿੱਚ ਰਹਿੰਦਾ ਹੈ। ਸੋ ਇਹਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਵੀ ਪਰਮਾਤਮਾ ਦਾ ਜਿਹੜਾ ਮਹਿਲ ਹੈ ਉਹ ਮਹਿਲ ਇਸ ਸਰੀਰ ਨੂੰ ਹੀ ਕਿਹਾ। ਤੇ ਜਿਹੜਾ ਸਰੀਰ ਸਾਨੂੰ ਮਿਲਿਆ ਵਿਆ ਤੇ ਇਹ ਸਰੀਰ ਇੰਨਾ ਵੱਡਾ ਵੀ ਇਸ ਸਰੀਰ ਨੇ ਬਹੁਤ ਵੱਡੇ ਵੱਡੇ ਮਹਿਲ ਬਣਾਤੇ, ਬਹੁਤ ਵੱਡੇ ਵੱਡੇ ਇਹ ਸਰੀਰ ਨੇ ਕੰਮ ਕਰਤੇ। ਇਸੇ ਕਰਕੇ ਉਹ ਪਰਮਾਤਮਾ ਦਾ ਜਿਹੜਾ ਮਹਿਲ ਹੈ, ਉਹ ਪਰਮਾਤਮਾ ਦਾ ਜਿਹੜਾ ਮਕਾਨ ਹੈ, ਸੁਆਮੀ ਦਾ, ਮਾਲਕ ਦਾ, ਉਹ ਬਹੁਤ ਵੱਡਾ ਹੈ। ਹਰਿਮੰਦਰ ਇਹ ਸਰੀਰ ਹੈ। ਜਾਇ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿੰਨੇ ਜੀਵ ਰਹਿੰਦੇ ਨੇ ਸਾਰਿਆਂ ਦੇ ਵਿੱਚੋਂ ਪਰਮਾਤਮਾ ਸਮਾਇਆ ਹੋਇਆਗਾ। ਤੂੰ ਅਪਰੰਪਰ ਠਾਕੁਰ ਮੇਰੇ। ਅਪਰੰਪਰ ਤੋਂ ਭਾਵ ਕੀ ਹੈ, ਉਹ ਪਰਮਾਤਮਾ ਪਰੇ ਤੋਂ ਪਰੇ ਹੈ। ਚਲੋ ਹੁਣ ਰਹਾਉ ਦੇ ਬੰਦ ਵਿੱਚ ਉਹ ਪਰਮਾਤਮਾ ਨੂੰ ਅਪਰੰਪਰ ਵੀ ਕਹਿਤਾ, ਪਰੇ ਤੋਂ ਪਰੇ, ਬੇਅੰਤ ਵੀ ਕਹਿਤਾ। ਉਹ ਪਰਮਾਤਮਾ ਬੇਅੰਤ ਹੈ, ਉਹਦਾ ਅੰਤ ਨਹੀਂ ਪੈ ਸਕਦਾ। ਉਹ ਪਰਮਾਤਮਾ ਬਹੁਤ ਵੱਡੇ ਮਹਿਲਾਂ ਵਾਲਾ। ਆਪਾਂ ਦੁਨੀਆ 'ਚ ਤਾਂ ਦੁਨੀਆ ਦੇ ਲੋਕਾਂ ਨੂੰ ਕਹਿੰਦੇ ਨਾ ਫਲਾਨਾ ਬਹੁਤ ਵੱਡਾ ਤੇ ਵੱਡੇ ਮਹਿਲਾਂ ਵਾਲਾ ਗਾ ਭਾਈ, ਵੱਡੀਆਂ ਕੋਠੀਆਂ ਵਾਲਾ, ਵੱਡੀਆਂ ਕਾਰਾਂ ਵਾਲਾ। ਪਰ ਉਹ ਪਰਮਾਤਮਾ ਨੂੰ ਇੱਥੇ ਕਿਹਾ ਵੀ ਪਰਮਾਤਮਾ ਬਹੁਤ ਵੱਡਾ, ਵੱਡੇ ਮਹਿਲਾਂ ਵਾਲਾ, ਬੇਅੰਤ ਹੈ, ਅਪਰੰਪਰ ਹੈ, ਪਰੇ ਤੋਂ ਪਰੇ ਹੈ। ਉਹਦੇ ਬਾਰੇ ਕੋਈ ਵੀ ਕਿਸੇ ਤਰ੍ਹਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਹਦੇ ਬਾਰੇ, ਪਰਮੇਸ਼ਰ ਪਰਮਾਤਮਾ ਬਾਰੇ ਭੇਦ ਤੋਂ ਭਾਵ ਉਹਦੇ ਬਾਰੇ ਕੁਝ ਸਮਝਿਆ ਨਹੀਂ ਜਾ ਸਕਦਾ। ਬਸ ਕੀ ਕੀਤਾ ਜਾ ਸਕਦਾ ਹੈ, ਉਹ ਪਰਮਾਤਮਾ ਦਾ ਏਡੇ ਵੱਡੇ ਦਾਤੇ ਦਾ ਸ਼ੁਕਰ ਹੀ ਕੀਤਾ ਜਾ ਸਕਦਾ ਹੈ। ਉਸ ਪਰਮਾਤਮਾ ਦੀ ਫਿਰ ਅਸੀਂ ਸਾਰਿਆਂ ਨੇ, ਗੁਰੂ ਪਾਤਸ਼ਾਹ ਜੀ ਕਹਿੰਦੇ, ਰਲ ਕੇ ਸੇਵਾ ਕਰਨੀ ਹੈ। ਦੇਖੋ ਇੱਥੇ ਜ਼ਿਕਰ ਕੀ ਕੀਤਾ ਪੰਜਵੇਂ ਪਾਤਸ਼ਾਹ ਨੇ ਵੀ ਅਸੀਂ ਸਾਰਿਆਂ ਨੇ ਮਿਲ ਕੇ ਆਪਸ ਵਿੱਚ ਰਲ ਕੇ ਉਹ ਪਰਮਾਤਮਾ ਦੀ, ਪਰਮੇਸ਼ਰ ਦੀ ਸੇਵਾ ਕਰਨੀ ਹੈ। ਤੇ ਉਹ ਪਰਮਾਤਮਾ ਦੀ ਸੇਵਾ ਦੇ ਸੰਬੰਧੀ ਫਿਰ ਸਾਡੇ ਦਿਮਾਗ ਵਿੱਚ ਸਵਾਲ ਆਵੇਗਾ ਵੀ ਉਹ ਪਰਮਾਤਮਾ ਦੀ ਸੇਵਾ ਕੀ ਹੈ। ਕਿਉਂਕਿ ਸਾਨੂੰ ਬੰਦੇ ਦੀ ਸੇਵਾ ਬਾਰੇ ਨੌਲੇਜ ਹੈਗੀ ਆ, ਸਾਨੂੰ ਪਸ਼ੂਆਂ ਦੀ ਸੇਵਾ ਬਾਰੇ ਨੌਲੇਜ ਹੈਗੀ ਆ, ਪੰਛੀਆਂ ਦੀ ਸੇਵਾ ਬਾਰੇ ਨੌਲੇਜ ਹੈਗੀ ਆ, ਵਨਸਪਤੀ ਦੀ ਸੇਵਾ ਬਾਰੇ ਨੌਲੇਜ ਹੈਗੀ ਆ। ਜੇ ਆਪਾਂ ਸੇਵਾ ਦੇ ਕਨਸੈਪਟ ਤੇ ਵਿਚਾਰ ਕਰੀਏ ਨਾ, ਸਾਨੂੰ ਬੜੀ ਸੇਵਾ ਕਰਨ ਦੀ ਨੌਲੇਜ ਆ। ਸੇਵਾ ਕਰਦਿਆਂ ਕਰਦਿਆਂ ਕਈ ਵਾਰ ਮਨੁੱਖ ਨੂੰ ਮਾਣ ਵੀ ਹੋ ਜਾਂਦਾ, ਹੰਕਾਰ ਵੀ ਹੋ ਜਾਂਦਾ। ਫਿਰ ਸੇਵਾ ਕਰਦਿਆਂ ਕਰਦਿਆਂ ਮਨੁੱਖ ਨੂੰ ਜਦੋਂ ਹੰਕਾਰ ਹੋ ਜਾਂਦਾ ਤੇ ਉਹਦੀ ਜ਼ਿੰਦਗੀ ਬਰਬਾਦ ਵੀ ਹੋ ਜਾਂਦੀ ਆ, ਕੋਈ ਸ਼ੱਕ ਨਹੀਂ ਇਹਦੇ 'ਚ। ਪਰ ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ ਉਹ ਨਾ ਤਾਂ ਹੰਕਾਰੀ ਹੁੰਦੇ ਨੇ, ਤੇ ਦੂਜੀ ਗਰੰਟੀ ਕੀ ਆ, ਨਾ ਹੀ ਉਹ ਲੋਕ ਹੰਕਾਰੀ ਹੁੰਦੇ ਨੇ। ਨਾ ਹੀ ਤਾਂ ਹੰਕਾਰੀ ਹੁੰਦੇ ਆ ਤੇ ਨਾ ਹੀ ਉਹ ਲੋਕ ਪਰਮਾਤਮਾ ਦੀ ਸੇਵਾ ਨੂੰ ਛੱਡ ਕੇ ਕਿਤੇ ਹੋਰ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਕਿਸੇ ਪਾਸੇ ਹੋਰ ਨਹੀਂ ਜਾਂਦੀਗੀ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਰਹਾਉ ਦੇ ਬੰਦ ਵਿੱਚ ਪਹਿਲਾਂ ਤਾਂ ਉਹ ਪਰਮਾਤਮਾ ਦਾ ਜ਼ਿਕਰ ਕੀਤਾ। ਉਹ ਵੱਡਾ ਹੈ, ਉਹ ਬੇਅੰਤ ਹੈ, ਉਹ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਉਹ ਅਗਮ ਅਗੋਚਰ ਹੈ, ਡੂੰਘੇ ਜਿਗਰੇ ਵਾਲਾ, ਡੂੰਘੀ ਸੋਚ ਵਾਲਾ, ਤੇ ਉਹ ਵੱਡੇ ਤੋਂ ਵੱਡਾ ਹੈ। ਉਹਦਾ ਭਾਵ ਸਮਝ ਨਹੀਂ ਪਾਈ ਜਾ ਸਕਦੀ, ਭੇਦ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਨੇ ਬਾਣੀ 'ਚ ਵੀ ਇੱਕ ਥਾਂ ਨੂੰ ਬੜੇ ਥਾਈਂ ਜ਼ਿਕਰ ਕੀਤਾ ਵੀ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ। ਫਿਰ ਆਪਾਂ ਕੀ ਕਰਨਾ, ਉਹਦੀ ਸੇਵਾ ਕਰਨੀ ਆ। ਇੱਕ ਇੱਥੇ ਕਮਾਲ ਇਹ ਵੇਖਣੀ ਆ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਆਪਾਂ ਰਲ ਕੇ ਪਰਮਾਤਮਾ ਦੀ ਸੇਵਾ ਕਰਨੀ ਆ।
ਜਿਹੜੇ ਪਰਮਾਤਮਾ ਦੀ ਸੇਵਾ ਕਰਨ ਦੇ ਲਈ ਕਿਹਾ, ਉਸੇ ਪਰਮਾਤਮਾ ਦੀ ਸੇਵਾ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਕਰਦੇ ਹਾਂ ਭਾਈ। ਹੁਣ ਆਪਾਂ ਉਹਦੀ ਸੇਵਾ ਕਿਵੇਂ ਕਰਨੀ ਹੈ? ਫਿਰ ਪਾਤਸ਼ਾਹ ਨੇ ਲਿਖ ਦਿੱਤਾ, ਕਵਣ ਜਾਣੈ, ਕਵਣ ਤੋਂ ਭਾਵ ਕੌਣ, ਕੌਣ ਜਾਣੈ ਤੇਰੀ ਸੇਵਾ। ਹੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ, ਕੌਣ ਜਾਣਦਾ ਵੀ ਤੇਰੀ ਸੇਵਾ ਕਿਵੇਂ ਕਰਾਂ। ਇੱਥੇ ਲਫ਼ਜ਼ ਕੀ ਵਰਤਿਆ? ਕਵਣ ਜਾਣੈ ਪ੍ਰਭ ਤੁਮਰੀ ਸੇਵਾ। ਫਿਰ ਅੱਗੇ ਕੀ ਕਿਹਾ? ਪ੍ਰਭ ਅਬਨਾਸੀ ਅਲਖ ਅਪੇਵਾ। ਪ੍ਰਭ ਉਹ ਪ੍ਰਭੂ ਪਰਮਾਤਮਾ, ਅਬਨਾਸੀ ਉਹ ਪਰਮਾਤਮਾ ਅਬਨਾਸੀ ਹੈ, ਉਹ ਵਾਹਿਗੁਰੂ ਜੀ ਮਾਲਕ ਜੀ ਅਬਨਾਸੀ ਹੈ। ਉਹ ਪਰਮਾਤਮਾ ਅਲਖ ਹੈ, ਉਹ ਅਭੇਵਾ ਹੈ। ਅਭੇਵਾ ਤੋਂ ਭਾਵ ਕੀ ਹੈ? ਉਹ ਪਰਮਾਤਮਾ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਅਲਖ ਹੈ, ਉਹ ਪਰਮਾਤਮਾ ਅਦ੍ਰਿਸ਼ਟ ਹੈ, ਉਹ ਦੀਂਦਾ ਵੀ ਨਹੀਂ ਹੈ। ਅੱਛਾ, ਜਿਹੜੀ ਚੀਜ਼ ਦੀਂਦੀ ਨਹੀਂ ਹੈ, ਅਣਦਿਖਦੀ ਚੀਜ਼ ਦੀ ਆਪਾਂ ਸੇਵਾ ਕਰਨੀ ਆ। ਹੁਣ ਸਵਾਲ ਆ ਗਿਆ, ਇੱਥੇ ਰੁਕ ਗਏ ਆਪਾਂ। ਇੱਕ ਥੋੜਾ ਜਿਹਾ ਧਿਆਨ ਮਾਰਿਓ ਆਪਣਾ। ਅੱਜ ਸਾਰੀ ਦੁਨੀਆ ਦੇ ਵਿੱਚ ਕਿਸੇ ਕਿਸੇ ਥਾਵਾਂ ਦੇ ਵਿੱਚ ਜ਼ਿਆਦਾ ਤੇ ਨਹੀਂ, ਹਰ ਇੱਕ ਥਾਂ ਤੇ ਇੱਕ ਸਹਿਮ ਬਣਿਆ ਹੋਇਆ। ਅਣਦਿਖਦੀ ਬਿਮਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਜਿਹੜੀ ਬਿਮਾਰੀ ਨੂੰ ਆਪਾਂ ਕਹਿ ਦਈਏ ਨਾ, ਨਜ਼ਰ ਨਹੀਂ ਆਉਂਦੀ, ਦੀਂਦੀ ਨਹੀਂ ਹੈ, ਇੱਕ ਦੂਜੇ ਨੂੰ ਟੱਚ ਕਰਨ ਦੇ ਨਾਲ ਚੁੰਬੜ ਜਾਂਦੀ ਆ, ਹਵਾ ਰਾਹੀਂ ਸਵਾਸਾਂ ਰਾਹੀਂ ਉਹ ਇੱਕ ਦੂਜੇ ਤੱਕ ਪਹੁੰਚ ਜਾਂਦੀ ਆ, ਤੇ ਆਪਾਂ ਪਰਹੇਜ਼ ਵੀ ਬੜਾ ਰੱਖਦੇ ਹਾਂ। ਪਰ ਇੱਕ ਗੱਲ ਜ਼ਰੂਰ ਆ, ਭਰੋਸਾ ਪਰਮਾਤਮਾ ਤੇ ਰੱਖੋ, ਕੁਛ ਨਹੀਂ ਹੁੰਦਾ ਗਾ। ਜਿਵੇਂ ਉਹਨੇ ਜ਼ਿਕਰ ਕੀਤਾ ਨਾ ਪਰਮਾਤਮਾ ਨੇ, ਬਸ ਸਾਡੀ ਜ਼ਿੰਦਗੀ ਦਾ ਵੀ ਸੋਹਣੀ ਜਿਉਣੀ ਆ, ਘਟੀਆ ਜਿਉਣੀ ਆ, ਹਿੰਮਤ ਆਪਾਂ ਕਰਨੀ ਆ, ਬਾਕੀ ਸਾਰੀ ਦੀ ਸਾਰੀ ਬਾਂਗ ਡੋਰ ਉਹਦੇ ਹੱਥ 'ਚ ਆ। ਹਨੇਰੀ ਛੱਡਦਾ, ਝੱਖੜ ਝੋਲੇ ਛੱਡਦਾ। ਉਹ ਪਰਮਾਤਮਾ ਨੂੰ ਪਤਾ ਵੀ ਵੱਡੇ ਵੱਡੇ ਦਰਖਤ ਪੱਟੇ ਜਾਣਗੇ, ਉਹ ਪਰਮਾਤਮਾ ਨੂੰ ਪਤਾ ਪੰਛੀ ਮਰ ਜਾਣਗੇ, ਮੀਂਹ ਪਾਉਂਦਾ ਖੱਡਾਂ ਬੰਦ ਹੋ ਜਾਂਦੀਆਂ, ਕਿੰਨੇ ਜੀਵ ਖੱਡਾਂ ਦੇ ਵਿੱਚ ਹੀ ਮਰ ਜਾਂਦੇ, ਉਹਨੂੰ ਪਤਾ। ਪਰ ਸਾਰਿਆਂ ਨੂੰ ਨਹੀਂ ਮਾਰਦਾ ਉਹ। ਇਵੇਂ ਜਿਵੇਂ ਚਲੋ ਮੰਨ ਲਓ ਵੀ ਜੇ ਉਹ ਪਰਮਾਤਮਾ ਦੇ ਹੁਕਮ 'ਚ ਕੋਈ ਬਿਮਾਰੀ ਆਈ ਹੈ, ਸਾਰਿਆਂ ਨੂੰ ਥੋੜ੍ਹੀ ਮਾਰੂ। ਯਕੀਨ ਰੱਖੋ, ਕੋਈ ਗੱਲ ਨਹੀਂ, ਜੇ ਮਰਨਾ ਲਿਖਿਆ ਇਸੇ ਬਿਮਾਰੀ ਨਾਲ ਤਾਂ ਜਾ ਵੜਾਂਗੇ, ਨਹੀਂ ਬਚ ਜਾਵਾਂਗੇ, ਕੋਈ ਗੱਲ ਨਹੀਂ। ਪਰ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਇੱਕ ਉਹ ਭਾਵ ਬਿਮਾਰੀ ਹੈ, ਜਿਹੜੀ ਬਿਮਾਰੀ ਨਜ਼ਰ ਨਹੀਂ ਆਉਂਦੀ, ਲੋਕ ਸਾਰੇ ਡਰੀ ਜਾਂਦੇ ਆ। ਨਜ਼ਰ ਨਹੀਂ ਆਉਂਦੀ, ਲੋਕ ਸਾਰੇ ਡਰਦੇ ਨੇ, ਬਿਰਲਿਆਂ ਨੂੰ ਛੱਡ ਕੇ, ਰੱਬ ਦੇ ਪਿਆਰਿਆਂ ਨੂੰ ਛੱਡ ਕੇ। ਦੂਜਾ ਪੱਖ ਕੀ ਆ? ਅਣਦਿਖਦੀ ਬਿਮਾਰੀ ਤੋਂ ਸਭ ਡਰਦੇ ਨੇ, ਤੇ ਅਣਦਿਖਦੀ ਬਿਮਾਰੀ ਦਾ ਇਲਾਜ ਅਣਦਿਖਦੇ ਡਾਕਟਰ ਕੋਲੇ ਆ। ਅਣਦਿਖਦੀ ਬਿਮਾਰੀ ਦਾ ਨਾ ਇਲਾਜ ਅਣਦਿਖਦੇ ਡਾਕਟਰ ਕੋਲੇ ਆ। ਹੁਣ ਸਾਡੀ ਜਿਹੜੀ ਸੋਚ ਆ ਉਹ ਇਸ ਤਰ੍ਹਾਂ ਦੀ ਬਣੀ ਪਈ ਆ ਵੀ ਅਣਦਿਖਦੀ ਬਿਮਾਰੀ ਤੋਂ ਡਰ ਤਾਂ ਜ਼ਰੂਰ ਲੱਗਦਾ, ਦੀਂਦੀ ਕੋਈ ਨਹੀਂ, ਪਰ ਅਣਦਿਖਦੇ ਪਰਮਾਤਮਾ ਰੂਪੀ ਡਾਕਟਰ ਕੋਲੇ ਜਾਣਾ ਕੋਈ ਨਹੀਂ ਚਾਹੁੰਦਾ। ਅਣਦਿਖਦੀ ਬਿਮਾਰੀ ਤੋਂ ਡਰ ਲੱਗਦਾ, ਅਣਦਿਖਦੇ ਪਰਮਾਤਮਾ ਕੋਲੇ ਜਾਣਾ ਕੋਈ ਨਹੀਂ ਚਾਹੁੰਦਾ। ਬਸ ਭਰੋਸਾ ਕਰੋ, ਅਣਦਿਖਦੇ ਕੋਲੇ ਚੱਲ ਗਏ ਆਪਾਂ। ਤੇ ਅੱਜ ਦੀ ਇਸ ਵਿਚਾਰ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ? ਅਣਦਿਖਦੇ ਪਰਮਾਤਮਾ ਦੀ ਸੇਵਾ ਕਰਨੀ ਹੈ ਤੈਂ, ਜਿਹੜਾ ਦੀਂਦਾ ਨਹੀਂ ਹੈ, ਨਜ਼ਰ ਨਹੀਂ ਆਉਂਦਾ ਹੈ। ਜਿਵੇਂ ਹਵਾ ਨਾ ਨਜ਼ਰ ਨਹੀਂ ਆਉਂਦੀ ਗੀ, ਪਰ ਹਵਾ ਮਹਿਸੂਸ ਹੋ ਰਹੀ ਹੈਗੀ, ਇੱਦਾਂ ਉਹ ਪਰਮਾਤਮਾ ਕਿਸੇ ਵੀ ਰੂਪ ਦੇ ਵਿੱਚ, ਆਕਾਰ ਦੇ ਵਿੱਚ ਸਪੈਸ਼ਲ ਨਹੀਂ ਹੈ, ਉਹ ਅਣਦਿਸਦਾ ਹੈ। ਤੇ ਅਣਦਿਸਦੇ ਦੀ ਸੇਵਾ ਕਰਨੀ, ਗੁਰੂ ਸਾਹਿਬ ਕਹਿੰਦੇ ਅਲਖ ਅਭੇਵਾ। ਉਹ ਪਰਮਾਤਮਾ ਅਵਨਾਸੀ ਹੈ, ਅਲਖ ਹੈ, ਅਦ੍ਰਿਸ਼ਟ ਹੈ, ਭਾਵ ਨਹੀਂ ਦਿਖਦਾ, ਉਹਨੂੰ ਸਾਡੀਆਂ ਆ ਅੱਖਾਂ ਨਹੀਂ ਵੇਖ ਸਕਦੀਆਂ। ਚਲੋ ਹੁਣ ਗੱਲ ਕਿੱਥੇ ਰੁਕੀ ਆ ਆਪਣੀ, ਜੋ ਆਪਾਂ ਵਿਚਾਰ ਕਰ ਰਹੇ ਸੀ ਵੀ ਅਸੀਂ ਉਹ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਨੀ ਹੈ। ਨਹੀਂ, ਸੇਵਾ ਦਾ ਸਾਡੇ ਕੋਲ ਤਰੀਕਾ ਬਹੁਤ ਆ। ਅਸੀਂ ਹੱਥੀਂ ਵੀ ਸੇਵਾ ਕਰਦੇ ਆ, ਮਾਇਆ ਦੇ ਕੇ ਸੇਵਾ ਕਰਦੇ ਆ, ਜ਼ਮੀਨ ਦੇ ਕੇ ਸੇਵਾ ਕਰਦੇ ਆ, ਕੁਝ ਦਾਨ ਦੇ ਕੇ ਆਪਣੇ ਕੋਲੋਂ ਕੁਝ ਵੀ ਮੰਨ ਲਓ ਦੇ ਕੇ ਸੇਵਾ ਕਰਦੇ ਆ। ਤਰ੍ਹਾਂ ਤਰ੍ਹਾਂ ਦੇ ਸੇਵਾ ਕਰਨ ਦੇ ਦੁਨੀਆ ਦੇ ਢੰਗ ਨੇ, ਪਰ ਸਭ ਤੋਂ ਉੱਤਮ ਸੇਵਾ, ਸਭ ਤੋਂ ਉੱਤਮ ਸੇਵਾ ਅਣਦਿਸਦੇ ਪਰਮਾਤਮਾ ਦੀ ਸੇਵਾ ਕਰਨੀ ਹੈ। ਅਣਦਿਸਦੇ ਪਰਮਾਤਮਾ ਦੇ ਘਰ ਦੀ ਸੇਵਾ ਕਰਨੀ ਆ। ਹੁਣ ਗੁਰੂ ਸਾਹਿਬ ਨੇ ਇੱਥੇ ਸਵਾਲ ਰੋਕਤਾ ਲਿਆ ਕੇ। ਹੁਣ ਆਓ ਆਪਾਂ ਗੁਰੂ ਨੂੰ ਪੁੱਛੀਏ, ਅਣਦਿਖਦਾ ਪਰਮਾਤਮਾ ਜਿਹੜਾ ਹੈ ਉਹਦੀ ਸੇਵਾ ਅਸੀਂ ਕਿਵੇਂ ਕਰੀਏ। ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਨਾ ਇੱਕ ਪੂਰਾ ਸ਼ਬਦ ਲਿਖਿਆ ਹੈਗਾ।
ਪੂਰੇ ਸ਼ਬਦ ਵਿੱਚੋਂ ਆਪਾਂ ਇੱਕ ਤੁਕ ਦੀ ਵਰਤੋਂ ਕਰਨੀ ਆ, ਇੱਕ ਪੰਕਤੀ ਦੀ ਕਹਿ ਲਓ, ਇੱਕ ਲਾਈਨ ਦੀ। ਉਹ ਲਾਈਨ ਕਿਹੜੀ ਆ? ਮੁਕਤ ਭੁਗਤ ਜੁਗਤ ਤੇਰੀ ਸੇਵਾ। ਹੁਣ ਪਰਮਾਤਮਾ ਦੀ ਸੇਵਾ ਕੀ ਆ? ਮੁਕਤ। ਸਾਨੂੰ ਸਮਝ ਨਹੀਂ ਆਵੇਗੀ ਵੀ ਇਹ ਕੀ ਗੱਲ ਬਣ ਗਈ। ਭੁਗਤ ਉਹ ਕੀ ਹੁੰਦਾ? ਜੁਗਤ ਉਹ ਕੀ ਹੁੰਦਾ? ਅੱਗੇ ਲਿਖਿਆ ਤੇਰੀ ਸੇਵਾ। ਅੱਜ ਦਾ ਇਹ ਸ਼ਬਦ ਵੀ ਪੰਜਵੇਂ ਪਾਤਸ਼ਾਹ ਦਾ, ਉਹ ਸ਼ਬਦ ਵੀ ਪੰਜਵੇਂ ਪਾਤਸ਼ਾਹ ਦਾ। ਪੰਜਵੇਂ ਪਾਤਸ਼ਾਹ ਉੱਥੇ ਕਹਿੰਦੇ ਪ੍ਰਮਾਤਮਾ ਦੀ ਸੇਵਾ ਨਾ ਆ, ਬਾਕੀ ਸੇਵਾ ਤੂੰ ਭਾਈ ਕਰ। ਮਨੁੱਖਤਾ ਦੀ ਸੇਵਾ ਕਰ, ਪਸ਼ੂ ਪੰਛੀਆਂ ਦੀ ਲੋੜ ਵੇਖ ਕੇ ਸੇਵਾ ਕਰ ਸਕਦਾ, ਪਿਆਸੇ ਨੂੰ ਪਾਣੀ ਪਿਆ ਸਕਦਾ, ਹੱਥੀਂ ਸੇਵਾ ਜਿੰਨੀ ਤੂੰ ਕਰ ਸਕਦਾ ਕਰ, ਜੀ ਸਦਕੇ ਕਰ। ਪਰ ਇੱਕ ਗੱਲ ਜ਼ਰੂਰ ਧਿਆਨ 'ਚ ਰੱਖੀ, ਜਿਹੜੀ ਸੇਵਾ ਨੂੰ ਮਾਨਤਾ, ਜਿਹੜੀ ਸੇਵਾ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਪਹਿਰਾ ਦੇਣ ਦੇ ਲਈ ਕਿਹਾ ਗਾ, ਉਹ ਸੇਵਾ ਤੂੰ ਕਦੇ ਨਹੀਂ ਭੁੱਲਣੀ, ਉਹ ਜ਼ਰੂਰ ਕਰਨੀ ਹੈਗੀ। ਮੁਕਤ ਆ ਸੇਵਾ ਕਰਨੀ ਆ, ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਹੈ। ਅੱਛਾ, ਜਿਹੜੀ ਆ ਸੇਵਾ ਗੀ, ਇਹਨੂੰ ਕਹਿੰਦੇ ਹਰੇਕ ਨਹੀਂ ਕੋਈ ਕਰ ਸਕਦਾ। ਜਿਸ ਨਾਲ ਕੀ ਲਿਖਿਆ ਗਾ, ਹਰੇਕ ਨਹੀਂ ਕੋਈ ਕਰ ਸਕਦਾ, ਇਹਨੂੰ ਕੋਈ ਕੋਈ ਕਰਦਾ ਗਾ। ਜਿਹੜੀ ਆ ਸੇਵਾ ਗੀ, ਹੁਣ ਇੱਥੇ ਪ੍ਰਸ਼ਨ ਕੀ ਕੀਤਾ ਗੁਰੂ ਸਾਹਿਬ ਨੇ? ਕੌਣ ਜਾਣੈ ਤੁਮਰੀ ਪ੍ਰਭ ਸੇਵਾ। ਕੌਣ ਤੇਰੀ ਸੇਵਾ ਕਰ ਸਕਦਾ ਗਾ? ਜਿਹੜੀ ਸੇਵਾ ਤੂੰ ਕਰਾਉਣੀ ਚਾਹੁੰਦਾ। ਉਹਦਾ ਜਵਾਬ ਸੂਹੀ ਰਾਗ ਦੇ ਵਿੱਚ ਪਾਤਸ਼ਾਹ ਨੇ ਦਿੱਤਾ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਹੈ। ਜਿਸ ਵੀ ਮਨੁੱਖ ਤੇ ਤੂੰ ਤੁਰ ਉੱਠਦਾ, ਤੂੰ ਖੁਸ਼ ਹੁੰਨਾ ਹੈ, ਉਹ ਪਰਮਾਤਮਾ ਜੀਓ, ਐ ਮਾਲਕ ਜੀਓ, ਉਹਦੇ ਤੋਂ ਤੂੰ ਆਪ ਸੇਵਾ ਕਰਵਾ ਲੈਣਾ ਹੈ। ਹੁਣ ਆਪਾਂ ਇਹ ਬੁੱਝਣਾਗਾ, ਮੁਕਤ ਆਪਣੇ ਆਪ ਨੂੰ, ਜਾਣੀ ਕਿ ਆਪਣੇ ਆਪ ਨੂੰ ਮੰਦੜੇ ਕੰਮਾਂ ਤੋਂ ਮੁਕਤ ਕਰਨਾ। ਦੇਖੋ ਪਰਮਾਤਮਾ ਦੀ ਸੇਵਾ ਕਿਹੜੇ ਰੂਪ ਚ ਹੁੰਦੀ ਆ? ਆਪਣੇ ਆਪ ਨੂੰ ਮੰਦੜੇ ਕੰਮਾਂ ਤੋਂ ਮੁਕਤ ਕਰਨਾ। ਮੁਕਤ ਆਜ਼ਾਦ ਹੋਣਾ, ਬਚ ਜਾਣਾ, ਸੁਤੰਤਰ ਭਾਵ ਜ਼ਿੰਦਗੀ ਜਿਉਣੀ, ਇਦਾਂ ਦੀ ਜ਼ਿੰਦਗੀ ਜਿਉਣੀ ਜਿਹਦੇ ਵਿੱਚ ਤੂੰ ਕਿਸੇ ਵੀ ਵਸਤੂ ਦਾ, ਕਿਸੇ ਵੀ ਵਿਕਾਰੀ ਭਾਵਨਾ ਦਾ ਗੁਲਾਮ ਨਾ ਹੋਵੇਂ। ਗੁਲਾਮੀ ਦੀ ਜੰਜੀਰ ਤੇਰੇ ਪੈਰ 'ਚ ਨਾ ਹੋਵੇ। ਪਰ ਅੱਜ ਗੁਲਾਮੀ ਦੀ ਜੰਜੀਰ ਸਾਡੇ ਪੈਰਾਂ 'ਚ ਪਈ ਹੋਈ ਆ। ਚਲੋ ਵਾਹਿਗੁਰੂ ਭਲਾ ਕਰੇ, ਅਸੀਂ ਬਾਹਲੀ ਪਾਸੇ ਆਸੇ ਨਾ ਜਾਈਏ, ਆਪਣੇ ਵੱਲ ਹੀ ਨਿਗਾਹ ਮਾਰ ਲਈਏ। ਸਾਡਾ ਜਿਹੜਾ ਜੀਵਨ ਆ ਨਾ, ਉਹ ਅੱਖਾਂ ਦੇ ਵੀ ਗੁਲਾਮ ਹੋ ਗਿਆ। ਸਾਡਾ ਸਰੀਰ ਸਾਡੇ ਆਪਣੇ ਭਾਵ ਜੀਵਨ ਦੇ ਵਿੱਚ ਹੀ ਗੁਲਾਮ ਹੋਇਆ ਪਿਆ ਹੈਗਾ। ਆਪਣਾ ਜੀਵਨ ਅੱਖਾਂ ਦੇ ਗੁਲਾਮ ਹੈ, ਕੰਨਾਂ ਦੇ ਗੁਲਾਮ ਹੈ, ਜ਼ੁਬਾਨ ਦੇ ਗੁਲਾਮ ਹੈ। ਪਰ ਜਿਵੇਂ ਜਿਵੇਂ ਫੁਰਨੇ ਆਉਂਦੇ ਆ, ਮਨ ਦੇ ਵੀ ਗੁਲਾਮ ਆ। ਫਿਰ ਪਾਤਸ਼ਾਹ ਜੀ ਕਹਿੰਦੇ ਆਜ਼ਾਦ ਤੂੰ ਹੋ ਨਹੀਂ ਸਕਿਆ। ਤੂੰ ਤੋਂ ਭਾਵ ਅਸੀਂ। ਚਲੋ ਇੱਥੇ ਇਹ ਪੱਖ ਨਹੀਂ ਲੈਣਾ ਵੀ ਜੇ ਕੋਈ ਬੁਲਾਰਾ ਬੋਲਦਾ ਉਹ ਸਾਡੇ ਬਣੀ ਹੱਥ ਕਰਦਾ, ਨਹੀਂ, ਬੋਲਦਾ ਗੁਰੂ ਆ। ਗੁਰੂ ਦੱਸਦਾ ਵੀ ਤੂੰ ਆਜ਼ਾਦ ਨਹੀਂ ਹੋ ਸਕਿਆ ਭਾਈ, ਮੁਕਤ ਨਹੀਂ ਹੋ ਸਕਿਆ। 10 ਗਾਂ ਹੋ ਗਿਆ, ਮੁਕਤ ਕਿ ਨਹੀਂ ਹੋਇਆ। ਚਲੋ ਇਹ ਤਾਂ ਗੱਲ ਆਪਾਂ ਕੀਤੀ ਸੀ, ਅਸੀਂ ਅੱਖਾਂ ਦੇ, ਸੋਚ ਦੇ, ਮਨ ਦੇ, ਵਿਚਾਰਾਂ ਦੇ, ਕੰਨਾਂ ਦੇ ਗੁਲਾਮ ਹੋਏ ਪਏ। ਸੱਚ ਆ। ਦੂਜੀ ਗੱਲ ਆਪਾਂ ਦੁਨੀਆ ਦੇ ਵਿੱਚ ਨਿਗਾਹ ਮਾਰ ਕੇ ਵੇਖੀਏ ਤੇ ਮਨੁੱਖ ਕਿੰਨਾ ਮਟੀਰੀਅਲ ਸਿਸਟਮ ਦੇ ਅਧੀਨ ਹੋ ਗਿਆ, ਪਦਾਰਥਾਂ ਦੇ ਕਿੰਨਾ ਅਧੀਨ ਹੋ ਗਏ। ਆਪਾਂ ਸੋਚ ਕੇ ਵੇਖੀਏ। ਹੁਣ ਗੁਰੂ ਸਾਹਿਬ ਕਹਿੰਦੇ ਤੂੰ ਸੇਵਾ ਬਹੁਤ ਕਰਦਾ ਪੁੱਤ, ਇਹ ਗੱਲ ਨਹੀਂ ਵੀ ਤੂੰ ਸੇਵਾ ਨਹੀਂ ਕਰਦਾਗਾ, ਪਰ ਤੂੰ ਅਧੀਨ ਆ ਕਿਸੇ ਦੇ। ਅਧੀਨ ਤੋਂ ਭਾਵ ਤੂੰ ਕਿਸੇ ਦੇ ਗੁਲਾਮ ਆ। ਤੇ ਹੁਣ ਸੋਚ ਕੇ ਵੇਖ, ਗੁਰੂ ਸਾਹਿਬ ਨੇ ਮੁਕਤੀ ਦਾ ਜੀਵਨ ਜਿਉਂਦੇ ਆ, ਭਾਵ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ ਮੁਕਤ ਹੋਣਾ ਹੀ ਰੱਬ ਦੀ ਸੇਵਾ। ਉਹ ਆਪਣੀ ਮਰਜ਼ੀ ਆ ਵੀ ਅਸੀਂ ਮੁਕਤ ਹੋਣਾ ਜਾਂ ਨਹੀਂ ਹੋਣਾ। ਮੁਕਤ। ਫਿਰ ਲਿਖਿਆ ਭੁਗਤ। ਭੁਗਤ ਦਾ ਅਰਥ ਹੁੰਦਾ ਭੋਗਣਾ। ਭੋਗਣ ਤੋਂ ਭਾਵ ਕਿਸੇ ਵੀ ਚੀਜ਼ ਨੂੰ, ਵਸਤੂ ਨੂੰ ਵਰਤਣਾ। ਤੇ ਹੁਣ ਵਰਤਣਾ ਕੀ ਸੀਗਾ? ਵਰਤਣਾ ਸੀ ਅਸੀਂ ਸਰੀਰ। ਕਾਹਦੇ ਲਈ? ਉਹ ਗੁਰੂ ਦੇ ਹੁਕਮ 'ਚ। ਜਿਸ ਪਰਮਾਤਮਾ ਨੇ ਆ ਤਨ ਦਿੱਤਾ ਨਾ, ਦੇਹ ਦਿੱਤੀ ਆ, ਇਹਨੂੰ ਆਪਾਂ ਉਹ ਮਾਲਕ ਦੇ ਹੁਕਮ ਵਿੱਚ ਹੀ ਵਰਤਣਾ ਸੀ।
ਹੁਕਮ ਵਿੱਚ ਭਾਵ ਕੀ ਵਰਤਣਾ ਹੁੰਦਾਗਾ ਵੀ ਜਿਵੇਂ ਜਿਵੇਂ ਉਹਦਾ ਹੁਕਮ ਆ, ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵਕਾਰ, ਭਾਵ ਜਿਵੇਂ ਵੀ ਉਹਦਾ ਹੁਕਮ ਹੈ ਹੁਕਮ ਦੇ ਅਧੀਨ ਰੱਖਣਾ। ਬਸ ਦੁਨੀਆ ਦੇ ਅਧੀਨ ਨਹੀਂ, ਵਿਸ਼ੇ ਵਿਕਾਰਾਂ ਦੇ ਅਧੀਨ ਨਹੀਂ। ਅਸੀਂ ਹਰ ਇੱਕ ਸਾਧਨ ਨੂੰ ਭੋਗਣਾ। ਇਹ ਗੱਲ ਨਹੀਂ ਵੀ ਨਹੀਂ ਭੋਗਣਾ, ਭੋਜਨ ਭੋਗਣਾ, ਭੋਗਣ ਤੋਂ ਭਾਵ ਖਾਣਾ। ਅੱਖਾਂ ਨੂੰ ਵੀ ਭਾਵ ਆਪਾਂ ਕਿਸੇ ਆਹਾਰ ਲਾਉਣਾ, ਕੰਨਾਂ ਨੂੰ ਵੀ ਕਿਸੇ ਆਹਾਰ ਲਾਉਣਾ, ਜ਼ੁਬਾਨ ਨੂੰ ਵੀ ਕਿਸੇ ਆਹਾਰ ਲਾਉਣਾ। ਉਹ ਆਹਾਰ ਲਾਉਣਾ ਹੀ ਭੋਗਣਾ ਹੈ। ਤੇ ਭੋਗਣਾ ਕੀ ਚੀਜ਼ ਨੂੰ ਆ? ਸੋਹਣੇ ਪਦਾਰਥਾਂ ਨੂੰ ਗੁਰੂ ਦੇ ਹੁਕਮ ਵਿੱਚ ਰਹਿੰਦਿਆਂ ਹੋਇਆਂ ਵਰਤਣਾ। ਬਸ ਤੇ ਉਹ ਵਰਤਣ ਵਾਲੇ ਸਾਧਨ ਨੂੰ ਗੁਰੂ ਸਾਹਿਬ ਨੇ ਕਿਹਾ ਭੋਗਤ। ਤੇ ਹੁਣ ਗੁਰੂ ਨਾਨਕ ਸਾਹਿਬ ਨੇ ਕਿਹੜਾ ਆਪਣੇ ਬੱਚੇ ਛੱਡਤੇ, ਜਾਂ ਮਾਤਾ ਸੁਲੱਖਣੀ ਨੂੰ ਛੱਡਤਾ ਵੀ ਤੂੰ ਤਾਂ ਜਾ, ਮੈਂ ਤਾਂ ਹੁਣ ਤਿਆਗੀ ਹੋ ਗਿਆ, ਮੈਂ ਨਹੀਂਗਾ ਇਦਾਂ ਭਾਵ ਰੱਖਣਾ ਤੈਨੂੰ ਆਪਣੇ ਘਰ ਦੇ ਵਿੱਚ, ਜਾਂ ਤੂੰ ਘਰੋਂ ਜਾ ਤੇ ਜਾਂ ਮੈਂ ਜਾਨਾਗਾ। ਅੱਛਾ, ਜਿੱਦੇ ਗੁਰੂ ਨਾਨਕ ਸਾਹਿਬ ਪ੍ਰਚਾਰ ਤੇ ਗਏ ਨਾ, ਉਹਦੇ ਮਾਤਾ ਸੁਲੱਖਣੀ ਜੀ ਦਾ ਪੂਰੇ ਦਾ ਪੂਰਾ ਭਾਵ ਜੀਵਨ ਦਾ ਪੰਧ ਮਾਰਗ ਕਿਹਦੇ ਹੱਥ ਵਿੱਚ ਫੜਾ ਕੇ ਗਏ ਨੇ? ਬੇਬੇ ਨਾਨਕੀ ਦੇ ਹੱਥ 'ਚ ਫੜਾ ਕੇ, ਵੀ ਭੈਣੇ ਤੂੰ ਮਾਤਾ ਸੁਲੱਖਣੀ ਜੀ ਦੇ ਨਾਲ ਨਾ ਮੇਲ ਜੋਲ ਰੱਖੀ ਤੇ ਜ਼ਿੰਮੇਵਾਰੀ ਰੱਖੀ, ਇਸ ਕੰਮ ਦੀ ਧਿਆਨ ਰੱਖੀ, ਤੈਨੂੰ ਮੈਂ ਜ਼ਿੰਮੇਵਾਰੀ ਸੰਭਾਲ ਕੇ ਚੱਲਿਆਂਗਾ। ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਕੇ ਗਏ ਨੇ, ਮਾਪਿਆਂ ਦੀ ਜ਼ਿੰਮੇਵਾਰੀ, ਭੈਣ ਦਾ ਹੱਕ ਬਣਦਾ ਨਾ, ਭਰਾ ਪ੍ਰਚਾਰ ਤੇ ਜਾਂਦਾ ਵੀ ਭੈਣੇ ਤੂੰ ਨਿਗਾਹ ਰੱਖੀ, ਇਹ ਨਾ ਹੋਵੇ ਇੱਥੇ ਮਾਪੇ ਰੁਲਦੇ ਰਹਿਣ, ਮੇਰੀ ਪਤਨੀ ਰੁਲਦੀ ਰਹੇ ਤੇ ਮੇਰੇ ਬੱਚੇ ਰੁਲਦੇ ਰਹਿਣ। ਤੇ ਇਦਾਂ ਭਾਵ ਗੁਰੂ ਸਾਹਿਬ ਨੇ ਸਾਨੂੰ ਘਰ-ਬਾਰ ਵਿੱਚ ਰਹਿੰਦਿਆਂ ਹੋਇਆਂ ਭੋਗਣ ਦਾ ਤਰੀਕਾ ਦੱਸਿਆ ਵੀ ਤੂੰ ਕਿਵੇਂ ਪਦਾਰਥਾਂ ਨੂੰ ਭੋਗਣਾ ਹੈ, ਤੇ ਉਹ ਆਪਾਂ ਸਾਰੇ ਜਾਣਦੇ ਹਾਂ। ਨਸ਼ੇ ਵਿਸ਼ੇ ਵਿਕਾਰਾਂ ਨੂੰ ਨਹੀਂ ਭੋਗਣਾ, ਗੁਰਬਾਣੀ ਨੂੰ ਭੋਗਣਾ ਹੈ। ਨਸ਼ੇ ਵਿਸ਼ੇ ਵਿਕਾਰਾਂ ਨੂੰ ਨਹੀਂ ਭੋਗਣਾ, ਜ਼ਿੰਦਗੀ ਦੇ ਵਿੱਚ એનર્ਜੀ ਦੇਣ ਵਾਲੇ ਪਦਾਰਥਾਂ ਨੂੰ ਭੋਗਣਾਗਾ। ਤੇ ਇਹ ਕੀ ਆ? ਇਹ ਰੱਬ ਦੀ ਸੇਵਾ। ਹੁਣ ਸੌਖਾ ਜਾਂ ਸਿੱਧਾ ਜਿਹਾ ਪਤਾ ਲੱਗ ਗਿਆ, ਆਪਣੇ ਸਰੀਰ ਨੂੰ ਸੋਹਣੀ ਖੁਰਾਕ ਦੇਣੀ ਤੇ ਸਰੀਰ ਤੋਂ ਕੰਮ ਲੈਣਾ, ਇਹ ਰੱਬ ਦੀ ਸੇਵਾ। ਪਰ ਇਹ ਗੱਲ ਮੈਨੂੰ ਨਹੀਂ ਲੱਗਦਾ, ਵੇਖੋ ਮੈਂ ਪਹਿਲੀ ਵਾਰ ਪੜ੍ਹੀ ਆ, ਮੈਂ ਮਾਫੀ ਚਾਹੁੰਨਾਗਾ ਕਿਉਂਕਿ ਸ਼ਬਦ ਦੀ ਵਿਚਾਰ ਰੋਜ਼-ਰੋਜ਼ ਅਲੱਗ-ਅਲੱਗ ਆਉਂਦੀ ਆ, ਪਰ ਮੈਂ ਅੱਜ ਤੱਕ ਨਾ ਹੀ ਤਾਂ ਕਿਸੇ ਬਾਬੇ ਤੋਂ ਇਹ ਗੱਲ ਸੁਣੀ ਆ ਤੇ ਨਾ ਹੀ ਮੈਂ ਪੜ੍ਹੀ ਸੀਗੀ ਵੀ ਆਹ ਵੀ ਸੇਵਾ ਹੁੰਦੀ ਹੈਗੀ। ਦੇਖੋ ਗੁਰੂ ਸਾਹਿਬ ਨੇ ਕਿੰਨੀ ਸੋਹਣੀ ਸੇਵਾ ਦੱਸੀ ਆ, ਆਪਣੇ ਸਰੀਰ ਨੂੰ ਗੁਰੂ ਦੀ ਮੱਤ ਅਨੁਸਾਰ ਤੋਰਨਾ ਤੇ ਗੁਰੂ ਤੋਂ ਸਿੱਖਿਆ ਲੈ ਕੇ ਕੀ ਖਾਣਾ ਕੀ ਨਹੀਂ ਖਾਣਾ, ਕਿਵੇਂ ਬੱਚੇ ਪਾਲਣੇ ਆ, ਕਿਵੇਂ ਮੈਂ ਆਪਣੇ ਆਪ ਨੂੰ ਸੁਚੱਜੇ ਕੰਮਾਂ ਨਾਲ ਜੋੜਨਾ, ਇਹ ਰੱਬ ਦੀ ਸੇਵਾ ਗਈ। ਤੇ ਨਹੀਂ ਦੁਨੀਆ ਦੇ ਵਿੱਚ ਮਾਫ ਕਰਨਾ, ਕਿਸੇ ਵੀ ਆਪਾਂ ਆਪਸ ਵਿੱਚ ਭੈਣ ਭਾਈਆਂ ਨਾਲ ਗੱਲਬਾਤ ਕਰੀਏ ਨਾ, ਪੁੱਛ ਗਏ ਵੀ ਰੱਬ ਦੀ ਸੇਵਾ ਅਸੀਂ ਕਿਵੇਂ ਕਰ ਸਕਦੇ ਹਾਂ, ਉਹ ਹੱਸ ਪਊ ਮੂਹਰੋਂ ਵੀ ਰੱਬ ਦੀ ਸੇਵਾ ਕਿਵੇਂ ਹੁੰਦੀ ਆ, ਰੱਬ ਦੀ ਸੇਵਾ ਹੀ ਨਹੀਂ ਹੁੰਦੀਗੀ, ਰੱਬ ਦੀਂਦੀ ਹੀ ਨਹੀਂ, ਪਹਿਲਾਂ ਉਹਦੀ ਸੇਵਾ ਤੂੰ ਕਿਵੇਂ ਕਰੇਗਾ। ਹਾਂ, ਸਿਆਣਾ ਬੰਦਾ ਕਹਿ ਸਕਦਾ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ, ਉਹ ਇੱਕ ਦ੍ਰਿਸ਼ਟਾਂਤ ਦੇ ਸਕਦਾ। ਸਿਆਣਾ, ਉੱਥੇ ਆਪਾਂ ਬ੍ਰੈਕਟ ਵਿੱਚ ਪਾਇਆ ਸਿਆਣਾ ਬੰਦਾ, ਉਹ ਕਹਿ ਸਕਦਾ। ਚਲੋ ਇੱਥੇ ਗੁਰੂ ਸਾਹਿਬ ਨੇ ਪਹਿਲਾ ਪੁਆਇੰਟ ਦੱਸਿਆ ਮੁਕਤ, ਗੰਦੇ ਕੰਮਾਂ ਤੋਂ ਮੁਕਤ ਹੋਣਾ ਰੱਬ ਦੀ ਸੇਵਾ। ਭੁਗਤ, ਗੁਰੂ ਆਸੇ ਅਨੁਸਾਰ ਗੁਰੂ ਦੀ ਮੱਤ ਮੁਤਾਬਕ ਸੋਹਣੀ ਜ਼ਿੰਦਗੀ ਜਿਉਣੀ, ਸੋਹਣਾ ਜੀਵਨ ਭੋਗਣਾ, ਸੋਹਣੇ ਪਦਾਰਥਾਂ ਦੀ ਸਦਵਰਤੋਂ ਕਰਨੀ, ਚੰਗੀ ਵਰਤੋਂ ਕਰਨੀ, ਇਹ ਕੀ ਆ? ਰੱਬ ਦੀ ਸੇਵਾ। ਤੇ ਹੁਣ ਚੰਗੀ ਵਰਤੋਂ ਆਪਾਂ ਕਰਦੇ ਨਹੀਂ, ਸ਼ਰਾਬ ਚੰਗੀ ਵਰਤੋਂ ਥੋੜੀ ਆ, ਚਿੱਟਾ ਸਮੈਕ ਚੰਗੀ ਵਰਤੋਂ ਥੋੜੀ ਆ, ਕਿਸੇ ਦੇ ਤਨ ਵੱਲ ਗਲਤ ਨਿਗਾਹ ਰੱਖਣੀ ਚੰਗੀ ਸੇਵਾ ਥੋੜੀ ਆ, ਕਿਸੇ ਦੇ ਧਨ ਵੱਲ ਗਲਤ ਭਾਵਨਾ ਚਿਤਾਰਨੀ ਚੰਗੀ ਸੇਵਾ ਥੋੜੀ ਆ, ਚੰਗਾ ਕੰਮ ਥੋੜੀ ਆ। ਜਿੰਨੇ ਮਰਜ਼ੀ ਪੁਆਇੰਟ ਆਪਾਂ ਨਾਲ ਅਟੈਚ ਕਰ ਲਈਏ, ਭਾਵ ਚੰਗੀ ਸੇਵਾ ਗੁਰੂ ਆਸੇ ਅਨੁਸਾਰ। ਭੂਮੀਆਂ ਚੋਰ ਰੱਬ ਦੀ ਸੇਵਾ ਕਰਨ ਲੱਗ ਗਿਆ, ਉਹਨੇ ਆਪਣਾ ਜੀਵਨ ਬਦਲ ਲਿਆ, ਆਪਣਾ ਜੀਵਨ ਬਦਲਿਆ ਉਹਨੇ, ਭਾਵ ਆਪਣੇ ਪਰਿਵਾਰ ਵਿੱਚ ਰਹਿੰਦੇ ਆ, ਘਰ-ਬਾਰ ਵਿੱਚ ਰਹਿੰਦੇ ਆ, ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਗੁਰੂ ਮੱਤ ਅਨੁਸਾਰ ਜਿਉਣਾ ਸ਼ੁਰੂ ਕਰ ਦਿੱਤਾ ਵੀ ਅੱਗੇ ਮੈਂ ਚੋਰੀਆਂ ਕਰਦਾ ਨਾ, ਹੁਣ ਮੈਂ ਕੰਮ ਕਰੂੰਗਾ, ਚੋਰੀਆਂ ਬੰਦ ਆ। ਅੱਗੇ ਮੈਂ ਨਾ 2 ਨੰਬਰ ਦਾ ਧਨ ਦੌਲਤ ਕਮਾ ਕੇ ਨਿਆਣਿਆਂ ਦੇ ਮੂੰਹ 'ਚ ਪਾਉਂਦਾ ਸੀ, ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਨਾ, ਮੈਨੂੰ ਸਮਝ ਆ ਗਈ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਧਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈ, ਜੇ ਮੈਨੂੰ ਪਤਾ ਲੱਗ ਗਿਆ। ਦੂਜਾ ਪੁਆਇੰਟ, ਤੀਜਾ ਪੁਆਇੰਟ ਕੀ ਆ? ਫਿਰ ਗਿਣ ਲਓ ਕੱਲਾ ਕੱਲਾ ਪੁਆਇੰਟ। ਮੁਕਤ, ਭੁਗਤ, ਫਿਰ ਅੱਗੇ ਆਉਂਦਾ ਜੁਗਤ। ਜੁਗਤ ਦਾ ਸਿੱਧਾ ਹੀ ਅਰਥ ਬਣ ਗਿਆ ਤਰੀਕਾ,
ਜੁਗਤ ਦਾ ਅਰਥ ਕੀ ਬਣ ਗਿਆ? ਤਰੀਕਾ, ਢੰਗ। ਹੁਣ ਮੰਨ ਲਓ ਵੀ ਜੇ ਅਸੀਂ ਦੇਖੀਏ ਆਪਣੇ ਆਪ ਵੱਲ ਨਿਗਾਹ ਮਾਰ ਕੇ, ਸਾਨੂੰ ਤਾਂ ਬਾਹਲੇ ਤਰੀਕੇ ਆਉਂਦੇ ਨੇ, ਕਿਵੇਂ ਚੋਰੀ ਕਰਨੀ ਹੈ, ਕਿਵੇਂ ਚੋਰੀ ਕਰਕੇ ਉਹ ਚੋਰੀ ਤੇ ਪਰਦਾ ਪਾਉਣਾਗਾ, ਕਿਵੇਂ ਗਲਤ ਕੰਮ ਕਰਨੇ ਨੇ, ਫਿਰ ਉਹ ਕਿਵੇਂ ਲੁਕਾਉਣੇ ਆ ਕੰਮ, ਸਾਨੂੰ ਤਾਂ ਤਰੀਕੇ ਬਹੁਤ ਨੇਗੇ। ਕਿਵੇਂ ਠੱਗੀ ਮਾਰਨੀ ਆ, ਤਰੀਕਾ ਹੈਗਾ ਮੈਨੂੰ। ਕਿਵੇਂ ਵਿਆਜ ਨੂੰ 6 ਮਹੀਨਿਆਂ ਬਾਅਦ ਜੋੜ ਕੇ, ਮਤਲਬ ਅੱਗੇ ਗੰਦੇ ਕੰਮ ਕਰਨੇ, ਕਿਸੇ ਦਾ ਖੂਨ ਚੂਸਣਾ, ਪਰਾਇਆ ਹੱਕ ਖਾਣਾ, ਕਿਸੇ ਦੀ ਦਿਹਾੜੀ ਖਾਣੀ, 10 ਰੁਪਈਏ ਖਾਣੇ, ਕਿਸੇ ਮੰਨ ਲਓ ਕੁਛ ਵੀ ਲਾ ਲਓ, ਵੀ ਆਪਾਂ ਇਸ ਗੱਲ ਨੂੰ ਆਪਾਂ ਚਿਤਾਰ ਸਕਦੇ ਆਂਗੇ। ਜੁਗਤ ਸਾਨੂੰ ਬਹੁਤ ਆ, ਤਰੀਕੇ ਬਹੁਤ ਨੇਗੇ। ਇਸ਼ਾਰਾ ਕਾਫੀ ਆ ਨਾ। ਭਾਵ ਕੀ ਹੈ? ਗੁਰੂ ਸਾਹਿਬ ਕਹਿੰਦੇ ਪਰ ਤੂੰ ਜੁਗਤ ਲੈਣੀ ਆ। ਕਾਹਦੀ ਲੈਣੀ ਆ? ਜੁਗਤ ਲੈਣੀ ਆ ਸੋਹਣੀ ਜ਼ਿੰਦਗੀ ਜਿਉਣ ਦੀ। ਜੁਗਤ ਲੈਣੀ ਕਿੱਥੋਂ ਲੈਣੀ ਆ? ਗੁਰੂ ਤੋਂ। ਫਿਰ ਦੇਖੋ ਹਵਾਲਾ ਆਪਾਂ ਗੁਰੂ ਤੋਂ ਹੀ ਪੁੱਛ ਲਓ, ਲੈ ਲਓ। ਗੁਰ ਮਿਲ ਚੱਜ, ਚੱਜ ਤੋਂ ਭਾਵ ਗੁਰੂ ਤੋਂ ਢੰਗ ਲੈ ਲਾ, ਗੁਰੂ ਤੋਂ ਸਿਆਣਪ ਲੈ ਲਾ। ਗੁਰ ਮਿਲ ਚੱਜ ਆਚਾਰ, ਚੰਗਾ ਆਚਰਣ ਸਿੱਖ। ਚੰਗੇ ਆਚਰਣ ਦੀ ਜੁਗਤੀ ਗੁਰੂ ਤੋਂ ਸਿੱਖ ਲਾ। ਫਿਰ ਕੀ ਆ? ਤੁਧ ਤੈਨੂੰ, ਤੁਧ ਤੋਂ ਭਾਵ ਤੈਨੂੰ ਕਦੇ ਨਾ ਲੱਗੇ, ਕਦੇ ਵੀ ਨਹੀਂ ਲੱਗਦਾ ਕੀ? ਦੁੱਖ। ਦੇਖੋ ਗੁਰੂ ਸਾਹਿਬ ਨੇ ਬਿਮਾਰੀਆਂ ਕੱਟ ਦੀਆਂ। ਜੇ ਤੂੰ ਜੁਗਤੀ ਲੈ ਲਈ ਨਾ ਗੁਰੂ ਸਾਹਿਬ ਤੋਂ ਜੀਵਨ ਜਿਉਣ ਦੀ, ਤੈਨੂੰ ਕਦੇ ਵੀ ਕੋਈ ਮਾਨਸਿਕ ਤਲ ਤੇ ਬਿਮਾਰੀ ਤੰਗ ਨਹੀਂ ਕਰਦੀ। ਮਨ ਦੇ ਤਲ ਤੇ ਤੇ ਨਹੀਂ, ਮਨ ਦੇ ਤਲ ਤੇ ਨਾ ਬਿਮਾਰੀਆਂ ਇੰਨੀਆਂ ਚੁੰਬੜੀਆਂ ਹੋਈਆਂ ਨੇ। ਉਦਾਹਰਨ ਮੰਨ ਲਓ ਵੀ ਲੜਕੇ ਨੇ, ਲੜਕੀ ਨੇ, ਸਾਡੇ ਬੱਚੇ ਬੱਚੀ ਨੇ, ਮੰਨ ਲਓ ਮੇਰੀ ਬੱਚੇ ਬੱਚੀ ਨੇ ਨਾ ਸਕੂਲ ਦੇ ਵਿੱਚ ਕਰਤੀ ਗਲਤੀ, ਕਾਲਜ ਵਿੱਚ ਗਲਤੀ ਕਰਤੀ। ਹੁਣ ਬਹਾਨਾ ਕੀ ਬਣਾ ਲਿਆ? ਕਹਿੰਦਾ ਮੈਂ ਸਕੂਲ ਨਹੀਂ ਜਾਂਦਾ, ਮੈਂ ਨਹੀਂ ਜਾਂਦਾਗਾ। ਚਲੋ ਮਾਪਿਆਂ ਨੇ ਕੁੱਟਿਆ ਮਾਰਿਆ ਵੀ ਜਾਣਾ ਪਊ, ਸੀ ਨਾ ਖਰਚਾ ਭਰੀ ਬੈਠਿਆਂਗੇ, ਜਾਣਾ ਪਊ ਨਾ। ਹੁਣ ਉਹਨੇ ਢੰਗ ਬਣਾ ਲਿਆ, ਤਰੀਕਾ ਕਿਹੜਾ? ਉਹ ਤਾਂ ਭਾਵ ਇਦਾਂ ਦੇ ਲੱਛਣ ਬਣਾ ਲਏ, ਮੈਨੂੰ ਕੋਈ ਬਗਾਨੀ ਛੈ ਚੁੰਬੜੀ ਹੋਈ ਆ, ਮੇਰੇ 'ਚ ਤਾਂ ਭੂਤ ਆਉਂਦਾ, ਮੇਰੇ 'ਚ ਪ੍ਰੇਤ ਆਉਂਦਾ। ਉਹਨੇ ਕੋਈ ਇਦਾਂ ਦਾ ਢੰਗ ਬਣਾ ਲਿਆ ਤੇ ਅਸੀਂ ਲੈ ਕੇ ਕਿੱਧਰ ਚੱਲ ਪਏ? ਉਹ ਆਪਾਂ ਨੂੰ ਪਤਾ ਹੀ ਆ, ਆਪਾਂ ਨੂੰ ਪਤਾ ਹੀ ਹੈ ਨਾ। ਅੱਛਾ, ਹੁਣ ਉਹ ਮਾੜਾ ਕੰਮ ਕੀਤਾ ਸੀ ਜਿਹੜਾ, ਉਹ ਮਾੜਾ ਕੰਮ ਹੀ ਪ੍ਰੇਤ ਦੇ ਰੂਪ 'ਚ, ਭੂਤ ਦੇ ਰੂਪ 'ਚ ਉਹਨੂੰ ਚੁੰਬੜ ਗਿਆ। ਕੱਲੇ ਉਹਨੂੰ ਨਹੀਂ ਚੁੰਬੜਿਆ, ਸਾਨੂੰ ਵੀ ਚੁੰਬੜ ਗਿਆ। ਹੈ ਕੁਛ ਨਹੀਂ, ਡੱਕਾ ਹੀ ਨਹੀਂ ਹੈਗਾ। ਬਸ ਜੇ ਘੋਖ ਕੇ ਵੇਖ ਗਏ, ਵਿਚਾਰ ਕੇ ਵੇਖ ਗਏ, ਇਨਕੁਆਇਰੀ ਕਰਕੇ ਵੇਖ ਗਏ, ਤਾਂ ਉਹਨੂੰ ਜਦੋਂ ਆਪਾਂ ਸਕੂਲ ਦੇ ਵਿੱਚ ਜਾ ਕੇ ਗੱਲਬਾਤ ਪੁੱਛਾਂਗੇ ਨਾ ਵੀ ਕੀ ਗੱਲਬਾਤ ਆ, ਬਸ ਉੱਥੇ ਆਪਾਂ ਨੂੰ ਪਤਾ ਲੱਗ ਜੂਗਾ। ਕਾਲਜ ਵਿੱਚ ਜਾ ਕੇ ਪੁੱਛਾਂਗੇ ਵੀ ਕੀ ਗੱਲਬਾਤ ਆ, ਸਾਡਾ ਬੱਚਾ ਕਾਲਜ ਬੰਨੀ, ਸਕੂਲ ਬੰਨੀ ਮੂੰਹ ਕਿਉਂ ਨਹੀਂ ਕਰਦਾਗਾ, ਡਰਦਾਗਾ, ਚੀਕਾਂ ਮਾਰਦਾਗਾ, ਰੋਂਦਾਗਾ। ਪਤਾ ਲੱਗ ਗਿਆ ਵੀ ਜਿੱਦੇ ਵੀ ਜਾਊਂ ਕਾਲਜ ਵਿੱਚ, ਜਿੱਦੇ ਵੀ ਗਿਆ ਨਾ, ਜਿੱਦੇ ਵੀ ਗਿਆ ਉਹਦੇ ਮੈਨੂੰ ਬਸ ਬਹੁਤ ਸਜ਼ਾ ਪੈਣੀ ਆ, ਕੁੱਟ ਪੈਣੀ ਆ, ਮਾਰ ਪੈਣੀ ਆ। ਉਹਦੇ ਮੰਦੜੇ ਕਰਮ ਹੀ ਆਉਣ ਵਾਲੇ ਭਵਿੱਖ ਵਿੱਚ ਭੂਤ ਬਣ ਗਏ। ਇਹ ਇੱਕ ਉਦਾਹਰਨ ਲੈਤੀ ਆ, ਇਹਦੇ ਨਾਲ ਦੀਆਂ ਉਦਾਹਰਨਾਂ ਆਪਾਂ ਜਿੰਨੀਆਂ ਮਰਜ਼ੀ ਲੈ ਲਓ। ਚੋਰੀ ਕਰ ਲਈ, ਠੱਗੀ ਮਾਰ ਲਈ, ਬਸ ਉਹ ਆਉਣ ਵਾਲੇ ਕੱਲ ਵਿੱਚ ਕੀ ਹੋਵੇਗਾ? ਸਾਡੇ ਜੀਵਨ ਵਿੱਚ ਇੱਕ ਬਹੁਤ ਵੱਡਾ ਜਿੰਨ ਦਾ, ਭੂਤ ਦਾ, ਪ੍ਰੇਤ ਦਾ ਰੂਪ ਬਣ ਕੇ ਸਾਨੂੰ ਚੁੰਬੜ ਜੂ। ਜਦੋਂ ਅਸੀਂ ਸੱਚੇ ਹੋਏ, ਜਦੋਂ ਮਤਲਬ ਅਸੀਂ ਬਿਲਕੁਲ ਸੁਧਰੇ ਹੋਏ ਜੀਵਨ ਵਾਲੇ ਆ, ਜੁਗਤ ਆ, ਸਾਨੂੰ ਜੀਵਨ ਜਿਉਣ ਦਾ ਢੰਗ ਆ, ਫਿਰ ਕਿਤੋਂ ਡਰ ਨਹੀਂ ਲੱਗਦਾ, ਫਿਰ ਨਹੀਂ ਕਿਤੋਂ ਵੀ ਡਰ ਲੱਗਦਾ। ਸੌਖੀ ਜੀ ਗੱਲ ਕਰ ਲਈਏ ਹੁਣ ਆਪਾਂ, ਲੀਡਰ ਅੱਜ ਪਿੰਡਾਂ 'ਚ ਕਿਉਂ ਨਹੀਂ ਆਉਂਦੇ? ਆਉਂਦੇ ਨੇ, ਪਰ ਮਾਫ ਕਰਨਾ ਲਿਆਉਣ ਵਾਲੇ ਅਸੀਂ ਆ, ਪਰ ਉਹ ਸਿੱਧੇ ਮੂੰਹ ਨਹੀਂ ਆ ਸਕਦੇ। ਕਿਉਂ ਨਹੀਂ ਆਉਂਦੇ? ਕਿਉਂਕਿ ਨਸ਼ਾ ਉਹਨਾਂ ਦੇ ਤਹਿਤ ਵਿਕਦਾ। ਲੋਕਾਂ ਨੂੰ ਪਤਾ, ਲੋਕਾਂ ਨੂੰ ਪਤਾ, ਜਾਗਦੀਆਂ ਰੂਹਾਂ, ਜਾਗਦੀਆਂ ਜ਼ਮੀਰਾਂ ਉਹਨਾਂ ਨੂੰ ਚੁੰਬੜਨਗੀਆਂ ਭਾਈ। ਮਤਲਬ ਉਹਨਾਂ ਦੀ ਬੇਇੱਜ਼ਤੀ ਆਉਂਦਿਆਂ ਦੀ ਹੋਵੇਗੀ। ਤੁਹਾਡੇ ਪਿੰਡ ਦੀ ਰਿਪੋਰਟ ਆ ਗਈ, ਕਹਿੰਦੇ ਤੁਹਾਡੇ ਪਿੰਡ ਦਾ ਆਉਣ ਵਾਲਾ ਨਵਾਂ ਲੀਡਰ, ਆਉਣ ਵਾਲਾ, ਬਸ ਇਸ਼ਾਰਾ ਹੀ ਕਾਫੀ ਆ। ਆਉਣ ਵਾਲੇ 3-4 ਆਉਣਗੇ, ਬਸ ਆਉਣ ਵਾਲਾ ਨਵਾਂ ਲੀਡਰ ਪਿੰਡ ਭੂੰਦੜ 'ਚ ਨਸ਼ਾ ਵਿਕਾ ਰਿਹਾ, ਦਾਣਾ ਮੰਡੀ ਚਲਾ ਲਓ। ਰਿਪੋਰਟ ਆ ਗਈ, ਦੱਸੋ ਪੁਲਿਸ ਕਿਵੇਂ ਕੀ ਕਰੂ? ਆਪਾਂ ਪੁਲਿਸ ਘੇਰੀ ਜਾਂਦੇ ਆ, ਘੇਰੀ ਚੱਲੋ। ਜਦੋਂ ਖੂਹ 'ਚ ਕੁੱਤਾ ਹੀ ਮਰਿਆ ਪਿਆ ਨਾ, ਪਾਣੀ ਤਾਂ ਸਾਰਾ ਹੀ ਮੁਸ਼ਕਿਆ ਪਿਆਗਾ। ਹੁਣ ਜੇ ਆਪਾਂ ਡੱਕੇ ਪਾਸੇ ਕਰ ਕਰਕੇ ਪਾਣੀ ਭਰਾਂਗੇ ਨਾ, ਬਦਬੂ ਤਾਂ ਆਊਗੀ, ਤਾਂ ਕੁੱਤਾ ਕੱਢਣਾ ਪਊ ਪਹਿਲਾਂ ਵਿੱਚੋਂ। ਪਰ ਉਹ ਕੁੱਤਾ ਸਾਡੇ ਗੂਠੇ ਨੇ ਕੱਢਣਾਗਾ, ਉਹ ਤੁਹਾਡੀ ਮਰਜ਼ੀ ਆ ਕੁੱਤਾ ਕੱਢਣਾ ਜਾਂ ਨਹੀਂ ਕੱਢਣਾ ਮਰਿਆ ਹੋਇਆ। ਮੈਨੂੰ ਤਾਂ ਨਹੀਂ ਲੱਗਦਾ ਵੀ ਕੱਢ ਦਾਂਗੇ ਆਪਾਂ। ਉਹ ਤਾਂ ਹੋਰ ਹੀ ਦੇਸ਼ ਨੇ ਜਿਹੜੇ ਮਤਲਬ ਕਿ ਬਾਜੀ ਮਾਰ ਗਏ, ਆਪਣੇ ਤਾਂ ਮੁਸ਼ਕਲ ਆ। ਚਲੋ ਵਾਹਿਗੁਰੂ ਭਲੀ ਕਰੀ। ਕਹਿਣ ਤੋਂ ਭਾਵ ਉਹ ਕਿਉਂ ਨਹੀਂ ਆਉਂਦੇ ਪਿੰਡਾਂ 'ਚ? ਡਰਦੇ ਕਿਉਂ ਨੇ? ਕਿਉਂਕਿ ਉਹਨਾਂ ਨੇ ਕੱਲ ਮਾੜੇ ਕੰਮ ਕੀਤੇ ਨੇ, ਅੱਜ ਮਾੜੇ ਕੰਮ ਉਹਨਾਂ ਨੂੰ ਚੁੰਬੜੇ ਹੋਏ ਨੇਗੇ। ਬਸ ਇਹੀ ਗੱਲ ਕਹਿਤੀ ਗੁਰੂ ਸਾਹਿਬ ਨੇ, ਸੋਹਣੀ ਜ਼ਿੰਦਗੀ ਜਿਉਣੀ ਹੀ ਰੱਬ ਦੀ ਸੇਵਾ। ਬਸ
ਤਿੰਨ ਗੱਲਾਂ ਫਿਰ ਨੋਟ ਕਰਿਓ। ਅੱਜ ਦਾ ਪ੍ਰਸ਼ਨ ਸੀ ਵੀ ਮੈਂ ਰੱਬ ਦੀ ਸੇਵਾ ਕਰਨੀ ਹੈ, ਗੁਰੂ ਸਾਹਿਬ ਨੇ ਕਿਹਾ। ਅਸੀਂ ਪੁੱਛ ਲਿਆ ਵੀ ਕਿਵੇਂ ਕਰੀਏ ਰੱਬ ਦੀ ਸੇਵਾ, ਰੱਬ ਤਾਂ ਦੀਂਦੇ ਹੀ ਨਹੀਂਗਾ, ਰੱਬ ਦੀਂਦਾ ਨਹੀਂ ਨਾ। ਫਿਰ ਗੁਰੂ ਸਾਹਿਬ ਨੇ ਹਵਾਲੇ ਦਿੱਤੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਅਗੋਚਰ ਹੈ, ਉਹ ਅਗੰਮ ਹੈ, ਉਹ ਪਰਮਾਤਮਾ ਬਹੁਤ ਵੱਡੇ ਘਰ ਵਾਲਾ ਗਾ, ਉਹਦਾ ਮਕਾਨ ਬਹੁਤ ਵੱਡਾ ਗਾ। ਕਮਾਲ ਦੀ ਗੱਲ ਆ, ਉਹਦੇ ਬਾਰੇ ਇੰਨੀਆਂ ਨਿਸ਼ਾਨੀਆਂ, ਇੰਨੇ ਭਾਵ ਨਮੂਨੇ ਦਿੱਤੇ ਜਾ ਰਹੇ ਨੇ, ਪਰ ਉਹ ਦੀਂਦਾ ਨਹੀਂ। ਅਣਦਿਖਦੇ ਦੀ ਸੇਵਾ ਕਰਨੀ ਆ। ਅਣਦਿਖਦੇ ਦੀ ਸੇਵਾ ਕਿਵੇਂ ਕਰਨੀ ਆ? ਮੁਕਤ ਭੁਗਤ ਜੁਗਤ ਤੇਰੀ ਸੇਵਾ। ਦੇਖੋ ਮੈਂ ਆਪਣੇ ਕੋਲੋਂ ਪੰਗਤੀ ਨਹੀਂ, ਗੁਰੂ ਪਾਤਸ਼ਾਹ ਨੇ 749 ਨੰਬਰ ਅੰਗ ਤੇ ਪੰਗਤੀ ਲਿਖੀ ਹੈ, ਪੂਰਾ ਸ਼ਬਦ ਦਿੱਤਾ ਹੋਇਆ ਉੱਥੇ। ਮੁਕਤ, ਮੁਕਤ ਹੋਣਾ ਵਿਸ਼ੇ ਵਿਕਾਰਾਂ ਤੋਂ, ਜੁਗਤ ਵਾਹਿਗੁਰੂ, ਭੁਗਤ ਸੋਹਣੇ ਜੀਵਨ ਨੂੰ, ਭਾਵ ਆਪਣੀ ਇਸ ਦੁਨੀਆ ਦੇ ਵਿੱਚ ਭੋਗਣਾ, ਚੰਗੇ ਪਦਾਰਥਾਂ ਨਾਲ, ਚੰਗੇ ਮਟੀਰੀਅਲ ਨਾਲ ਜੁੜ ਕੇ, ਚੰਗੀ ਸੋਚ ਨਾਲ ਜੁੜ ਕੇ ਆਪਣੇ ਆਪ ਨੂੰ ਵਰਤਣਾ, ਭੋਗਣਾ। ਫਿਰ ਅੱਗੇ ਜੁਗਤ, ਤਰੀਕਾ ਲੈਣਾ ਗੁਰੂ ਤੋਂ ਜ਼ਿੰਦਗੀ ਜਿਉਣ ਦਾ ਢੰਗ, ਸੁਚੱਜੀ ਜ਼ਿੰਦਗੀ ਜਿਹਨੂੰ ਆਪਾਂ ਸੌਖਾ ਕਹਿ ਲਈਏ। ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਫਿਰ ਕੀ ਲਿਖਿਆਗਾ? ਮੁਕਤ ਭੁਗਤ ਜੁਗਤ ਤੇਰੀ ਸੇਵਾ। ਅੱਗੇ ਕੀ ਲਿਖਿਆ? ਜਿਸ ਨੂੰ ਤੂੰ ਆਪ ਕਰਾਏ ਹੈ। ਕਹਿੰਦੇ ਇਹ ਸੇਵਾ ਹਰੇਕ ਨਹੀਂ ਕਰਦਾ, ਇਹ ਸੇਵਾ ਤਾਂ ਕੋਈ ਕੋਈ ਕਰਦਾ। ਗੱਲ ਸੱਚੀ ਕਹਿਤੀ ਮਗਰੋਂ ਗੁਰੂ ਸਾਹਿਬ ਨੇ, ਇਹ ਸੇਵਾ ਤਾਂ ਕੋਈ ਕੋਈ ਕਰਦਾ। ਇਹ ਤਾਂ ਬਾਬੇ ਨਾਨਕ ਦੇ ਹਿੱਸੇ ਚ ਆਈ ਆ ਸੇਵਾ। ਇਹ ਸੇਵਾ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹਿੱਸੇ ਚ ਆਈ ਆ। ਇਹ ਸੇਵਾ ਤਾਂ ਤੁਹਾਡੇ ਸਾਰਿਆਂ ਦੇ ਹਿੱਸੇ ਚ ਆਈ ਆ। ਜੇ ਆਪਾਂ ਗੁਰੂ ਨਾਲ ਜੁੜੇ ਹੋਏ ਆ ਨਾ, ਆਪਣੇ ਹਿੱਸੇ ਵਿੱਚ ਆ ਗਈ ਇਹ ਸੇਵਾ। ਮੁਕਤ ਤੋਂ ਭੁਗਤ ਜੁਗਤ ਤੇਰੀ ਸੇਵਾ, ਜਿਸ ਨੂੰ ਤੂੰ ਆਪ ਕਰਾਏ ਹੈ। ਉਹ ਕਰਾਉਂਦਾ ਕਿਸੇ ਕਿਸੇ ਤੋਂ ਆਪ ਹੀ ਆ, ਠੀਕ ਹੈ ਨਾ। ਫਿਰ ਅੱਗੇ ਪਾਤਸ਼ਾਹ ਜੀ ਲਿਖਦੇ ਨੇ, ਏਕਸ ਬਿਨ ਨਾਹੀ ਕੋ ਦੂਜਾ। ਫਿਰ ਤੇਰੇ ਅੰਦਰ ਇਹ ਖਿਆਲ ਬਣ ਜੇ, ਇੱਕ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ਬਸ ਇੱਕ ਖਿਆਲ ਬਣ ਜੇ, ਇੱਕ ਤੋਂ ਬਿਨਾ ਦੂਜਾ ਨਹੀਂ ਕੋਈ ਹੈ। ਏਕਸ ਬਿਨਾ ਕੋਈ ਹੋਰ ਨਾ ਦੂਜਾ, ਦੂਜਾ ਹੈ ਹੀ ਨਹੀਂ। ਬਸ ਵਰਕ ਹੀ ਪਾੜ ਦੋ ਵੀ ਦੂਜਾ ਕੋਈ ਰੱਬ ਹੈਗਾ। ਬਸ ਅੱਗੇ ਪਾਤਸ਼ਾਹ ਲਿਖਦੇ ਨੇ, ਤੁਮ ਹੀ ਜਾਨੋ ਆਪਣੀ ਪੂਜਾ। ਤੁਮ ਹੀ ਤੋਂ ਭਾਵ ਕੀ ਆ? ਅਸੀਂ ਫਿਰ ਉਹ ਪਰਮਾਤਮਾ ਦੀ ਇਸ ਪੂਜਾ ਨੂੰ ਸਮਝਣਾ। ਇਹ ਸੇਵਾ ਕਹਿ ਲੋ, ਪੂਜਾ ਕਹਿ ਲੋ, ਇਸ ਪੂਜਾ ਨੂੰ ਆਪਾਂ ਸਮਝਣਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਆਪੋ ਕਛੂ ਨਾ ਹੋਵਤ ਭਾਈ। ਅਸੀਂ ਆਪਣੀ ਹਿੰਡ ਨਾਲ ਕੁਛ ਨਹੀਂ ਕਰ ਸਕਦੇ। ਆਪੋ ਕਛੂ ਨਾ ਹੋਵੋ ਭਾਈ, ਤੂੰ ਆਪਣੀ ਹਿੰਡ ਨਾਲ ਨਹੀਂ ਕਰ ਸਕਦਾ। ਕਰੇਗਾ ਕਿਵੇਂ? ਗੁਰੂ ਦੀ ਬਖਸ਼ਿਸ਼ ਨਾਲ ਕਰ ਸਕਦਾ ਹੈ। ਉਹਦੀ ਬਖਸ਼ਿਸ਼, ਪਰਮਾਤਮਾ ਦੀ ਬਖਸ਼ਿਸ਼। ਉਹਦੀ ਬਖਸ਼ਿਸ਼ ਕਿਵੇਂ ਹੋਵੇਗੀ? ਮੁਕਤ ਭੁਗਤ ਜੁਗਤ ਤੇਰੀ ਸੇਵਾ। ਉਹਦੀ ਬਖਸ਼ਿਸ਼, ਸਾਡਾ ਭਾਵ ਦਿਮਾਗ ਰੂਪੀ ਭਾਂਡਾ ਜਦੋਂ ਖੁੱਲਾ ਹੋਊਗਾ ਨਾ, ਫਿਰ ਉਹਦੀ ਬਖਸ਼ਿਸ਼ ਦੇ ਪਾਤਰ ਅਸੀਂ ਬਣ ਸਕਦੇ ਹਾਂ। ਫਿਰ ਅੱਗੇ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ, ਕਹੋ ਨਾਨਕ ਜੋ ਜਨ ਪ੍ਰਭ ਭਾਇਆ। ਜਿਹੜਾ ਵੀ ਜਨ ਉਹ ਪਰਮਾਤਮਾ ਨੂੰ ਭਾ ਜਾਂਦਾ ਹੈ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਗੁਣ ਨਿਧਾਨ ਪਰਮਾਤਮਾ, ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ, ਉਹ ਪਰਮਾਤਮਾ ਦਾ ਰੂਪ ਮਨੁੱਖ ਪਾ ਲੈਂਦਾ ਹੈ। ਫਿਰ ਆਪਾਂ ਦੁਬਾਰਾ ਲਾਸਟ ਵਾਲੀ ਪੰਕਤੀ ਪੜ੍ਹੀਏ। ਪਾਤਸ਼ਾਹ ਜੀ ਕਹਿੰਦੇ, ਕਹੋ ਨਾਨਕ, ਨਾਨਕ ਕਹਿ ਰਿਹਾ ਹੈ, ਜੋ ਪ੍ਰਭ ਭਾਇਆ। ਜਿਹੜਾ ਵੀ ਮਨੁੱਖ ਉਹ ਪਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵੇ, ਭਾ ਜਾਵੇ, ਭਾ ਤੋਂ ਭਾਵ ਚੰਗਾ ਲੱਗਣ ਲੱਗ ਜਾਵੇ, ਜਿਹੜਾ ਵੀ ਚੰਗਾ ਲੱਗਣ ਲੱਗ ਗਿਆ, ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਗੁਣ ਨਿਧਾਨ। ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਕੀ ਹੈ? ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਉਸੇ ਮਨੁੱਖ ਨੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲਿਆ ਹੈ। ਉਹ ਪਰਮਾਤਮਾ ਭਾਈ ਦੂਰ ਨੇੜੇ ਕਿਤੇ ਜਾ ਕੇ ਨਹੀਂ ਮਿਲਦਾ। ਉਹ ਪਰਮਾਤਮਾ ਗੁਣਾਂ ਦਾ ਖਜ਼ਾਨਾ ਤਾਂ ਇੱਥੇ ਹੀ ਮਿਲ ਜੂਗਾ। ਪਰ ਜਿੱਦੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ। ਅੰਗ ਤੋਂ ਭਾਵ ਮੈਨੂੰ ਨਹੀਂ ਸਰਦਾ ਇਹਦੇ ਬਿਨਾ, ਬਾਕੀ ਸਾਰੇ ਕੰਮਾਂ ਬਿਨਾ ਸਰ ਸਕਦਾ, ਪਰ ਅੰਗ ਤੋਂ ਭਾਵ ਕਿ ਮੈਨੂੰ ਇਹਦੇ ਬਿਨਾ ਨਹੀਂ। ਉਦਾਹਰਨ, ਅੱਜ ਮੋਬਾਈਲ ਫੋਨ ਸਾਡਾ ਅੰਗ ਬਣ ਗਿਆ, ਉਹ ਜਗ੍ਹਾ ਲੈ ਗਿਆ। ਸਾਡੇ ਸਰੀਰ ਨਾਲ ਇੰਨੀ ਅਟੈਚਮੈਂਟ ਆ ਉਹਦੀ, ਅਸੀਂ ਉਹਦੇ ਤੋਂ ਬਿਨਾ ਮਿੰਟ ਨਹੀਂ ਸਾਰ ਦੇਗੇ। ਕੋਈ ਕੋਈ ਰੱਬੀ ਰੂਹ ਆ ਜਿਹੜੀ ਉਸ ਅੰਗ ਤੋਂ ਬਚੀ ਆ। ਬਸ ਇਵੇਂ ਜਿਵੇਂ ਨਾ, ਜਿਵੇਂ ਇਹ ਅੰਗ ਬਣ ਗਿਆ, ਇਵੇਂ ਜਿਵੇਂ ਗੁਰੂ ਦਾ ਸ਼ਬਦ ਭਾਵ ਗੁਰੂ ਦੀ ਵਿਚਾਰ ਸਾਡੇ ਜੀਵਨ ਦਾ ਅੰਗ ਬਣ ਜਾਵੇ। ਫਿਰ ਆਪਾਂ ਕਹਿੰਦੇ ਸਦਾ ਅੰਗ ਸੰਗੇ ਅਭੰਗੰ ਬਭੂਤੇ।
ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਵ ਮੇਰਾ ਗੁਰੂ ਹੁਣ ਮੇਰੇ ਅੰਗ ਸੰਗ ਹੈ, ਅੰਗਾਂ ਦੇ ਸੰਗ ਹੈ। ਮੈਂ ਆਪਰੇਸ਼ਨ ਕਰਕੇ ਨਾ ਇੱਕ ਗੁਰੂ ਦਾ ਸ਼ਬਦ ਰੂਪੀ ਅੰਗ ਆਪਣੇ ਨਾਲ ਜੋੜ ਲਿਆ। ਆਪਰੇਸ਼ਨ ਤਾਂ ਕਰਨਾ ਹੀ ਪਊਗਾ। ਆਪਰੇਸ਼ਨ ਕਰਕੇ ਉੱਥੋਂ ਮਾਸ ਪਹਿਲਾਂ ਚੱਕਣਾ ਪਵੇਗਾ, ਫਿਰ ਉੱਥੇ ਹੋਰ ਅਟੈਚਮੈਂਟ ਕਰਨੀ ਪਵੇਗੀ। ਉਹ ਪਹਿਲਾ ਮਾਸ ਕਿਹੜਾ ਗਾ? ਗੰਦੀ ਸੋਚ ਦਾ। ਗੰਦੀ ਸੋਚ ਦਾ ਮਾਸ ਚੱਕਤਾ, ਚੰਗੀ ਸੋਚ ਦਾ ਮਾਸ ਨਾਲ ਅਟੈਚ ਕਰ ਲਿਆ, ਤੋਪੇ ਲਾਤੇ, ਟਾਂਕੇ ਲਾਤੇ। ਹੁਣ ਕੀ ਆ? ਹੁਣ ਮੇਰਾ ਗੁਰੂ ਮੇਰੇ ਅੰਗ ਸੰਗ ਹੈ। ਹੁਣ ਇਹ ਨਹੀਂ ਕਹਿਣਾ ਗਾ ਵੀ ਚੋਰੀ ਵੀ ਕਰੀ ਜਾਂਦੇ ਆ ਤੇ ਕਹਿ ਦਈਏ ਗੁਰੂ ਮੇਰਾ ਅੰਗ ਸੰਗ ਆ ਮੇਰੇ। ਠੇਕੇ ਤੇ ਵੀ ਖੜੇ ਆ ਤੇ ਗੁਰੂ ਮੇਰਾ ਅੰਗ ਸੰਗ ਹੈ। ਕਿਸੇ ਦਾ ਹੱਕ ਵੀ ਖਾਈ ਜਾਂਦੇ ਆ ਤੇ ਕਹੀਏ ਗੁਰੂ ਮੇਰਾ ਅੰਗ ਸੰਗ ਹੈ। ਇੱਦਾਂ ਅੰਗ ਸੰਗ ਨਹੀਂ। ਅੰਗ ਸੰਗ ਤੋਂ ਭਾਵ ਉਹਦੇ ਮੁਤਾਬਕ ਤੂੰ ਹੋ ਜਾ, ਫਿਰ ਉਹ ਅੰਗ ਸੰਗ ਹੋਵੇਗਾ। ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਭਲਾ ਕਰੇ। ਅਸੀਂ ਗੁਰਮਤਿ ਦੇ ਅਨੁਸਾਰ ਆਪਣਾ ਜੀਵਨ ਜਿਉਈਏ ਤਾਂ